Attention Outlook। ਗੁਰਬਾਣੀ ਦੇ ਵਿੱਚ ਅਸੀਂ ਅਕਸਰ ਪੜ੍ਹਦੇ ਹਾਂ ਕਿ ਇਹ ਜਗਤ ਇੱਕ ਤਮਾਸ਼ਾ ਹੈ। ਤਮਾਸ਼ਾ ਅਸਲੀਅਤ ਨਹੀਂ ਹੁੰਦਾ। ਜੇ ਅਸੀਂ ਤਮਾਸ਼ੇ ਨੂੰ ਸੱਚ ਮੰਨ ਬੈਠੀਏ, ਅਸਲੀਅਤ ਮੰਨ ਬੈਠੀਏ, ਕੋਈ ਫਿਲਮ ਚੱਲਦੀ ਹੈ ਉਹਨੂੰ ਅਸਲੀਅਤ ਮੰਨ ਬੈਠੀਏ ਤੇ ਬਹੁਤ ਜ਼ਿਆਦਾ ਭੰਬਲ ਭੂਸੇ ਵਿੱਚ ਪੈ ਸਕਦੇ ਹਾਂ। ਬਹੁਤ ਤਰ੍ਹਾਂ ਦੇ ਇਮੋਸ਼ਨਸ ਵਿੱਚੋਂ ਫਿਰ ਅਸੀਂ ਗੁਜ਼ਰ ਸਕਦੇ ਹਾਂ ਤੇ ਕਈ ਇਮੋਸ਼ਨ ਸਾਡੇ ਵਿੱਚ ਸਟਕ ਵੀ ਹੋ ਸਕਦੇ, ਸਾਡੇ ਵਿੱਚ ਧਸੇ ਵੀ ਰਹਿ ਸਕਦੇ। ਜੇ ਤਮਾਸ਼ੇ ਨੂੰ ਸੱਚ ਮੰਨੀ ਜਾਂਦੇ ਰਹੀਏ ਤੇ ਕਿਸੇ ਵਕਤ 'ਤੇ ਆ ਕੇ ਸਾਡੀ ਸੋਚ ਜਿਹੜੀ ਹੈ ਉਹ ਸਵਾਲਾਂ ਦੇ ਘੇਰੇ 'ਚ ਆ ਜਾਂਦੀ। ਤਮਾਸ਼ੇ ਦੇ ਵਿੱਚ ਕੋਈ ਮਰ ਵੀ ਜਾਂਦਾ ਪਰ ਉਹ ਅਸਲੀਅਤ ਦੇ ਵਿੱਚ ਨਹੀਂ ਮਰਿਆ ਹੁੰਦਾ ਤੇ ਜਦੋਂ ਫਿਰ ਅਸਲੀਅਤ ਦੇ ਵਿੱਚ ਉਹ ਸਾਡੇ ਸਾਹਮਣੇ ਆਏਗਾ ਤੇ ਅਸੀਂ ਹੈਰਾਨ ਹੋਵਾਂਗੇ, ਸਾਨੂੰ ਆਪਣੇ ਆਪ 'ਤੇ ਯਕੀਨ ਨਹੀਂ ਆਉਣਾ। ਇਸੇ ਕਰਕੇ ਉਸ ਪ੍ਰਭੂ ਨੇ ਇੰਨੀ ਕੁ ਸੋਝੀ ਤੇ ਸਾਨੂੰ ਬਖਸ਼ ਦਿੱਤੀ, ਸਾਰੇ ਹੀ ਲੋਕਾਂ ਨੂੰ ਲਗਭਗ, ਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਤਮਾਸ਼ਾ ਵੇਖ ਰਹੇ ਹਾਂ। ਭਾਵੇਂ ਉਹ ਤਮਾਸ਼ਾ ਸਟੇਜ 'ਤੇ ਚੱਲਦਾ ਪਿਆ ਹੈ ਜਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਵੇਂ ਮਦਾਰੀ ਵਗੈਰਾ ਕੋਈ ਤਮਾਸ਼ੇ ਪਾਉਣ ਆਉਂਦੇ ਨੇ। ਰਾਸਧਾਰੀਆਂ ਦੀ ਗੱਲ ਗੁਰੂ ਸਾਹਿਬ 465ਵੇਂ ਅੰਗ ਦੀ ਬਾਣੀ ਦੇ ਵਿੱਚ ਕਰਦੇ ਨੇ। ਜਾਂ ਕੋਈ ਫਿਲਮ ਦੇਖਦਾ ਪਿਆ, ਉਹਨੂੰ ਪਤਾ ਹੁੰਦਾ ਕਿ ਇਹ ਤਮਾਸ਼ਾ, ਇਹ ਅਸਲੀਅਤ ਨਹੀਂ ਹੈ। ਪਰ ਇਹ ਜਗਤ ਜਿਹੜਾ ਹੈ, ਗੁਰੂ ਸਾਹਿਬ ਕਹਿੰਦੇ ਇਹ ਜਗਤ ਵੀ ਤਮਾਸ਼ਾ ਹੈ। ਇਹਨੂੰ ਜ਼ਿਆਦਾਤਰ ਲੋਕ ਅਸਲੀਅਤ ਮੰਨਦੇ ਨੇ ਤੇ ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਬੜੇ ਤਰ੍ਹਾਂ ਦੇ ਭੰਬਲ ਭੂਸਿਆਂ ਦੇ ਵਿੱਚ ਤੇ ਬੜੇ ਤਰ੍ਹਾਂ ਦੇ ਇਮੋਸ਼ਨਸ ਦੇ ਵਿੱਚ ਫਸੇ ਰਹਿੰਦੇ। ਇਹਨਾਂ ਹੀ ਕੁਝ ਪੱਖਾਂ ਤੋਂ ਅੱਜ ਦੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਗੱਲਬਾਤ ਕਰਨਗੇ। ਆਪਣੀ ਕੋਸ਼ਿਸ਼ ਹੋਏਗੀ ਕਿ ਗੁਰੂ ਸਾਹਿਬ ਦੀ ਉਸ ਗੱਲਬਾਤ ਨੂੰ ਸੌਖੇ ਸਰਲ ਸ਼ਬਦਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ। ਸੋ ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਆਓ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 465ਵੇਂ ਅੰਗ 'ਤੇ ਵਿਰਾਜਮਾਨ ਗੁਰਬਾਣੀ ਦੀ ਵਿਆਖਿਆ। ਪੌੜੀ ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ। ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ। ਇਹੋ ਜਿਉ ਬਹੁਤੇ ਜਨਮ ਪਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ। ਜਿਨ ਸੱਚੋਂ ਸੱਚ ਬੁਝਾਇਆ, ਜਿਨ ਸੱਚੋਂ ਸੱਚ ਬੁਝਾਇਆ। ਹੇ ਪ੍ਰਭੂ, ਜੇ ਤੂੰ ਜੀਵ ਉੱਤੇ ਮਿਹਰ ਦੀ ਨਜ਼ਰ ਕਰੇ, ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ। ਤਾਂ ਤੇਰੀ ਕਿਰਪਾ ਦ੍ਰਿਸ਼ਟੀ ਦੇ ਨਾਲ ਉਸ ਜੀਵ ਨੂੰ ਸਤਿਗੁਰੂ ਮਿਲ ਪੈਂਦਾ ਹੈ। ਇਹੋ ਜੀਓ ਬਹੁਤੇ ਜਨਮ ਭਰਮੇ। ਇਹ ਵਿਚਾਰਾ ਜੀਵ ਜਦੋਂ ਬਹੁਤੇ ਜਨਮਾਂ ਵਿੱਚ ਭਟਕ ਚੁੱਕਿਆ ਹੁੰਦਾ ਹੈ ਤਾਂ ਸਤਿਗੁਰ ਸ਼ਬਦ ਸੁਣਾਇਆ। ਤਾਂ ਕਿਤੇ ਤੇਰੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਸਤਿਗੁਰੂ ਆਪਣਾ ਸ਼ਬਦ ਉਸ ਜੀਵ ਨੂੰ ਸੁਣਾਉਂਦਾ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਹੇ ਸਾਰੇ ਲੋਕੋ, ਧਿਆਨ ਦੇ ਕੇ ਸੁਣੋ, ਸਤਿਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ। ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ ਭਾਵ ਗਵਾ ਦਿੱਤਾ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਦੇ ਨਾਲ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰ ਮਿਲਿਆ ਸੱਚ ਪਾਇਆ। ਸਤਿਗੁਰੂ ਦੇ ਮਿਲਣ ਦੇ ਨਾਲ ਸੱਚਾ ਪ੍ਰਭੂ ਮਿਲ ਜਾਂਦਾ ਹੈ। ਉਸ ਸਤਿਗੁਰੂ ਦੇ ਮਿਲਣ ਨਾਲ ਜਿਸ ਸਤਿਗੁਰੂ ਨੇ ਨਿਰੋਲ ਸੱਚੇ ਪ੍ਰਭੂ ਦੀ ਸੂਝ ਪਾਈ ਹੋਵੇ। ਜਿਨ ਸੱਚੋ ਸੱਚ ਬੁਝਾਇਆ। ਇਹ ਜੋ ਪੰਕਤੀ ਹੈ ਸਤਿਗੁਰੂ ਨੂੰ ਸੰਬੋਧਨ ਕਰਦੀ ਕਿ ਸਤਿਗੁਰੂ ਉਹ ਜਿਨੇ ਸੱਚ ਬੁਝਾਇਆ, ਸੱਚੇ ਪ੍ਰਭੂ ਦੀ ਸੂਝ ਹਾਸਲ। ਸ਼ਲੋਕ ਮਹਿਲਾ ਪਹਿਲਾ। ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ। ਗਹਿਣੇ ਪੌਣ ਪਾਣੀ ਬਹਿ ਸੰਤਰ, ਚੰਦ ਸੂਰਜ ਅਵਤਾਰ।
ਸਗਲੀ ਧਰਤੀ ਮਾਲ, ਧਨ ਵਰਤਨ ਸਰਬ ਜੰਜਾਲ। ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮਕਾਲ, ਖਾਏ ਗਿਆ ਜਮਕਾਲ। ਇੱਥੇ ਜਗਤ ਦੇ ਤਮਾਸ਼ੇ ਨੂੰ ਗੁਰੂ ਸਾਹਿਬ ਬਿਆਨ ਕਰਦੇ ਨੇ, ਖੋਲ ਕੇ ਰੱਖ ਦਿੰਦੇ ਨੇ। ਕਹਿੰਦੇ ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ। ਸਾਰੀਆਂ ਘੜੀਆਂ ਮਾਨੋ ਗੋਪੀਆਂ ਹਨ। ਘੜੀ ਸਮੇਂ ਦੀ ਇੱਕ ਇਕਾਈ ਹੈ ਜਿਹੜੀ ਕਿ 24 ਮਿੰਟਾਂ ਦੇ ਬਰਾਬਰ ਮੰਨੀ ਜਾਂਦੀ ਹੈ। 24 ਮਿੰਟਾਂ ਦੇ ਸਮੇਂ ਨੂੰ ਇੱਕ ਘੜੀ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਜੇ ਹਰ ਇੱਕ ਘੜੀ ਇੱਕ ਗੋਪੀ ਹੋਵੇ, ਜਾਣੀ ਸਾਰੀਆਂ ਘੜੀਆਂ ਮਾਨੋ ਗੋਪੀਆਂ ਹਨ। ਦਿਨ ਦੇ ਸਾਰੇ ਪਹਿਰ ਕ੍ਰਿਸ਼ਨ ਹੋਵਨ, ਪਹਿਰ ਕੰਨ ਗੋਪਾਲ। ਗਹਿਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਹਵਾ ਪਾਣੀ ਤੇ ਅੱਗ ਮਾਨੋ ਗਹਿਣੇ ਹੋਣ ਜਿਹੜੇ ਉਹਨਾਂ ਗੋਪੀਆਂ ਨੇ ਪਾਏ ਹੋਏ ਹੋਣ। ਚੰਦ ਅਤੇ ਸੂਰਜ ਦੋ ਅਵਤਾਰ ਹੋਵਣ। ਹੁਣ ਜਦੋਂ ਰਾਸ ਧਾਰੀਏ ਸਾਂਗ ਬਣਾ ਕੇ ਨਾਟਕ ਕਰਦੇ ਨੇ ਕੋਈ, ਤਾਂ ਟੋਲੀ ਦੇ ਵਿੱਚ ਵੱਖ-ਵੱਖ ਲੋਕਾਂ ਨੇ ਵੱਖ-ਵੱਖ ਅਵਤਾਰ ਹੀ ਧਾਰੇ ਹੁੰਦੇ, ਰੂਪ ਹੀ ਧਾਰੇ ਹੁੰਦੇ ਨੇ ਨਾ, ਕਿ ਕਿਸੇ ਨੇ ਰਾਣੀ ਦਾ ਰੂਪ ਧਾਰ ਲਿਆ, ਕਿਸੇ ਨੇ ਰਾਜੇ ਦਾ ਰੂਪ ਧਾਰ ਲਿਆ। ਅਸਲ ਵਿੱਚ ਤੇ ਰਾਜੇ ਜਾਂ ਰਾਣੀਆਂ ਉਹ ਨਹੀਂ ਹੁੰਦੇ। ਉਸੇ ਤਰ੍ਹਾਂ ਹੀ ਜਗਤ ਦੇ ਤਮਾਸ਼ੇ ਵਿੱਚ ਗੁਰੂ ਸਾਹਿਬ ਕਹਿੰਦੇ ਮੰਨ ਲਵੋ ਕਿ ਸੂਰਜ ਤੇ ਚੰਦਰਮਾ ਦੋ ਅਵਤਾਰ ਹਨ। ਸਗਲੀ ਧਰਤੀ ਮਾਲ ਧਨ, ਵਰਤਨ ਸਰਬ ਜੰਜਾਲ। ਸਾਰੀ ਧਰਤੀ ਰਾਸ ਪਾਉਣ ਦੇ ਲਈ ਮਾਲ ਧਨ ਹੈ। ਹੁਣ ਰਾਸ ਧਾਰੀਏ ਜਦੋਂ ਆਪਣਾ ਨਾਟਕ ਕਰਦੇ ਨੇ, ਦਰਸ਼ਕ ਜਿਹੜੇ ਹੁੰਦੇ ਆ ਉਹਨਾਂ ਨੂੰ ਰਾਸਾਂ ਪਾਉਂਦੇ, ਉਹਨਾਂ ਨੂੰ ਭੇਟਾ ਕਰਦੇ। ਆਪਣਾ ਮਾਲ ਧਨ ਜੋ ਉਹਨਾਂ ਕੋਲ ਹੁੰਦਾ ਹੈ ਇੱਕ ਤਰੀਕੇ ਨਾਲ ਉਹਨਾਂ ਨੂੰ ਲੁਟਾ ਦਿੰਦੇ ਨੇ। ਅਤੇ ਇਸ ਜਗਤ ਦੇ ਤਮਾਸ਼ੇ ਵਿੱਚ ਗੁਰੂ ਸਾਹਿਬ ਕਹਿੰਦੇ ਰਾਸ ਪਾਉਣ ਦੇ ਲਈ, ਭੇਟਾ ਕਰਨ ਦੇ ਲਈ ਮਾਨੋ ਪੂਰੀ ਧਰਤੀ ਮਾਲ ਧਨ ਹੈ। ਵਰਤਨ ਸਰਬ ਜੰਜਾਲ। ਅਤੇ ਜਗਤ ਦੇ ਧੰਦੇ ਰਾਸ ਦਾ ਵਰਤਨ ਵਲੇਵਾ ਹਨ। ਜੋ ਵੀ ਉਹਨਾਂ ਦੇ ਕੋਲ ਨਾਟਕ ਖੇਡਣ ਵਾਲੀ ਟੋਲੀ ਦੇ ਕੋਲ ਸਮਾਨ ਹੋਵੇ ਉਹ ਵਾਲੇ ਵਰਤਨ ਵਲੇਵਾ। ਹੁਣ ਦੇਖੋ ਜਿਹੜਾ ਤੇ ਹੈ ਸਿਆਣਾ ਬੰਦਾ, ਗਿਆਨਵਾਨ ਬੰਦਾ, ਉਹ ਇੱਕ ਵਕਤ ਦੇ ਲਈ ਜ਼ਰੂਰ ਸੋਚੇਗਾ ਕਿ ਮੈਂ ਇੰਨੀ ਮਿਹਨਤ ਦੇ ਨਾਲ ਕੋਈ ਕਮਾਈ ਕੀਤੀ ਆ, ਆਪਣੇ ਟੱਬਰ ਦਾ ਢਿੱਡ ਭਰਨ ਦੇ ਲਈ ਜੇ ਕੋਈ ਮਾਲ ਧਨ ਮਾੜਾ ਮੋਟਾ ਇਕੱਠਾ ਕੀਤਾ ਤਾਂ ਮੈਂ ਇਸ 2 ਮਿੰਟ ਦੇ 4 ਮਿੰਟ ਦੇ ਤਮਾਸ਼ੇ ਦੇ ਉੱਤੇ ਉਹਨੂੰ ਵਿਅਰਥ ਨਾ ਕਰਾਂ, ਲੁਟਾਵਾਂ ਨਾ, ਠੱਗਿਆ ਨਾ ਜਾਵਾਂ, ਕਿਉਂਕਿ ਇਹ ਤਮਾਸ਼ਾ ਹੈ, ਅਸਲੀਅਤ ਨਹੀਂ। ਉਹ ਤੇ ਬਚ ਜਾਂਦਾ ਹੈ ਠੱਗੇ ਜਾਣ ਤੋਂ, ਪਰ ਜਿਹੜੇ ਗਿਆਨ ਉਹ ਠੱਗੇ ਜਾਂਦੇ। ਇਹੀ ਗੱਲ ਗੁਰੂ ਸਾਹਿਬ ਕਹਿੰਦੇ ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮਕਾਲ। ਗਿਆਨ ਤੋਂ ਸੱਖਣੀ ਦੁਨੀਆ ਮਾਇਆ ਦੀ ਇਸ ਖੇਡ ਦੇ ਵਿੱਚ ਠੱਗੀ ਜਾ ਰਹੀ ਹੈ, ਜਮਕਾਲ ਇਸ ਨੂੰ ਖਾਈ ਜਾ ਰਿਹਾ ਹੈ। ਜਗਤ ਦੇ ਇਸ ਤਮਾਸ਼ੇ ਦੇ ਵਿੱਚ ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ। ਹੁਣ ਜਗਤ ਦੇ ਤਮਾਸ਼ੇ 'ਚ ਕਿਵੇਂ ਠੱਗੀ ਜਾ ਰਹੀ ਹੈ? ਅਸੀਂ ਜਗਤ ਨੂੰ ਅਸਲੀਅਤ ਸਮਝੀ ਬੈਠੇ ਹਾਂ। ਅਸੀਂ ਜੋ ਮਾਲ ਧਨ ਕਮਾਉਂਦੇ ਹਾਂ ਅਸੀਂ ਉਸੇ ਨੂੰ ਅਸਲੀਅਤ ਸਮਝੀ ਬੈਠੇ ਹਾਂ। ਉਹੀ ਸਾਡੇ ਲਈ ਤਮਾਸ਼ਾ ਹੋਣਾ ਚਾਹੀਦਾ, ਪਰ ਅਸੀਂ ਅਸਲੀਅਤ ਮੰਨ ਬੈਠਦੇ ਹਾਂ, ਅਸੀਂ ਉਹਦੇ 'ਚ ਹੀ ਖੁਸ਼ ਹਾਂ। ਹੁਣ ਜੇ ਮਾਲ ਧਨ ਤਮਾਸ਼ਾ ਹੈ ਅਤੇ ਫਿਰ ਉਹਦੇ 'ਤੇ ਅਸੀਂ ਲੁਟਾਉਂਦੇ ਕੀ? ਅਸੀਂ ਲੁਟਾਉਂਦੇ ਹਾਂ ਆਪਣੀ ਆਤਮਿਕ ਸ਼ਾਂਤੀ। ਗਿਆਨ ਤੋਂ ਸੱਖਣੀ ਦੁਨੀਆ ਇਸ ਮਾਇਆ ਦੇ ਤਮਾਸ਼ੇ ਦੇ ਵਿੱਚ ਆਪਣੀ ਆਤਮਿਕ ਸ਼ਾਂਤੀ ਲੁਟਾ ਰਹੀ ਹੈ। ਅਤੇ ਗਿਆਨ ਵਾਲਾ ਬੰਦਾ ਮਾਇਆ ਦੀ ਇਸ ਖੇਡ ਨੂੰ ਸਮਝ ਜਾਂਦਾ ਹੈ, ਇਸ ਤਮਾਸ਼ੇ ਨੂੰ ਸਮਝ ਜਾਂਦਾ ਹੈ, ਬਚ ਜਾਂਦਾ ਹੈ, ਲੁੱਟੇ ਜਾ। ਮਹਿਲਾ ਪਹਿਲਾ। ਵਾਇਨ ਚੇਲੇ ਨੱਚਨ ਗੁਰ, ਪੈਰ ਹਲਾਇਨ ਫੇਰਨ ਸਿਰ। ਉੱਡ ਉੱਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਕਰ ਜਾਏ। ਰੋਟੀਆਂ ਕਾਰਨ ਪੂਰੈ ਤਾਲ, ਆਪ ਪਛਾੜੈ ਧਰਤੀ ਨਾਲ। ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ। ਸੇਵਕ ਸੇਵੈ ਕਰਮ ਚੜਾਓ, ਪਿੰਨੀ ਰਹਿਣ ਜਿਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਵਾਇਨ ਚੇਲੇ ਨੱਚਨ ਗੁਰ, ਪੈਰ ਹਲਾਇਨ ਫੇਰਨ ਸਿਰ। ਰਾਸਾਂ ਦੀ ਹੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਸਾਹਿਬ ਕਹਿੰਦੇ ਰਾਸਾਂ ਦੇ ਵਿੱਚ ਚੇਲੇ ਸਾਜ਼ ਵਜਾਉਂਦੇ ਹਨ, ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ। ਵਾਇਨ ਤੋਂ ਭਾਵ ਵਜਾਉਣਾ। ਵਾਇਨ ਚੇਲੇ ਨੱਚਨ ਗੁਰ, ਪੈਰ ਹਲਾਇਨ ਫੇਰਨ ਸਿਰ।
ਨਾਚ ਕਰਨ ਵੇਲੇ ਉਹ ਗੁਰੂ ਪੈਰਾਂ ਨੂੰ ਹਿਲਾਉਂਦੇ ਹਨ ਤੇ ਸਿਰ ਫੇਰਦੇ ਹਨ। ਉੱਡ ਉੱਡ ਰਾਵਾ ਝਾਟੈ ਪਾਈ, ਉਹਨਾਂ ਦੇ ਪੈਰਾਂ ਨਾਲ, ਪੈਰਾਂ ਦੇ ਚੱਲਣ ਦੇ ਨਾਲ ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ ਵਿੱਚ ਪੈਂਦਾ ਹੈ। ਵੇਖੈ ਲੋਕ ਹੱਸੈ ਘਰ ਜਾਈ, ਤੇ ਰਾਸ ਵੇਖਣ ਆਏ ਲੋਕ ਉਹਨਾਂ ਨੂੰ ਨੱਚਦਿਆਂ ਵੇਖਦੇ ਹਨ, ਹੱਸਦੇ ਹਨ ਤੇ ਘਰਾਂ ਨੂੰ ਜਾਂਦੇ ਹਨ। ਰੋਟੀਆਂ ਕਾਰਨ ਪੂਰਾ ਤਾਲ, ਉਹਨਾਂ ਰਾਸ ਧਾਰੀਆਂ ਨੂੰ ਕੋਈ ਸ਼ੌਂਕ ਨਹੀਂ ਨੱਚਣ ਦਾ, ਆਪਣੇ ਸਿਰ ਘੱਟਾ ਪਵਾਉਣ ਦਾ, ਉਹ ਰੋਜ਼ੀ ਦੀ ਖਾਤਰ ਨੱਚਦੇ ਨੇ। ਆਪ ਪਛਾੜੈ ਧਰਤੀ ਨਾਲ, ਆਪਣੇ ਆਪ ਨੂੰ ਭੋਏ ਤੇ ਮਾਰਦੇ ਨੇ। ਗਾਵਨ ਗੋਪੀਆਂ ਗਾਵਨ ਕਾਨ, ਗੋਪੀਆਂ ਦੇ ਸਾਂਗ ਬਣ ਕੇ ਗਾਉਂਦੇ ਨੇ, ਕਾਨ ਦੇ ਸਾਂਗ ਬਣ ਕੇ ਗਾਉਂਦੇ ਨੇ। ਗਾਵਨ ਸੀਤਾ ਰਾਜੇ ਰਾਮ, ਸੀਤਾ ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਨੇ, ਉਹਨਾਂ ਦਾ ਵੇਸ ਧਾਰ ਕੇ ਗਾਉਂਦੇ ਨੇ। ਨਿਰਭਉ ਨਿਰੰਕਾਰ ਸਚ ਨਾਮ, ਜਿਸ ਪ੍ਰਭੂ ਦਾ ਸਾਰਾ ਜਗਤ ਬਣਾਇਆ ਹੋਇਆ ਹੈ, ਜੋ ਨਿਡਰ ਹੈ, ਆਕਾਰ ਰਹਿਤ ਹੈ ਤੇ ਜਿਸ ਦਾ ਨਾਮ ਸਦਾ ਅਟਲ ਹੈ। ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾਓ, ਭਿੰਨੀ ਰੈਣ ਜਿਨ੍ਹਾਂ ਮਨ ਚਾ। ਉਸ ਪ੍ਰਭੂ ਨੂੰ ਕੇਵਲ ਉਹੀ ਸੇਵਕ ਸਿਮਰਦੇ ਹਨ ਜਿਨ੍ਹਾਂ ਦੇ ਅੰਦਰ ਰੱਬ ਦੀ ਮਿਹਰ ਨਾਲ ਚੜ੍ਹਦੀ ਕਲਾ ਹੈ। ਭਿੰਨੀ ਰਹਿਣ ਜਿਨ੍ਹਾਂ ਮਨ ਚਾਓ, ਜਿਨ੍ਹਾਂ ਦੇ ਮਨ ਵਿੱਚ ਸਿਮਰਨ ਕਰਨ ਦਾ ਉਤਸ਼ਾਹ ਹੈ। ਉਹਨਾਂ ਸੇਵਕਾਂ ਦੀ ਜ਼ਿੰਦਗੀ ਰੂਪ ਰਾਤ ਸੁਆਦਲੀ ਗੁਜ਼ਰਦੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਵਾਲੀ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ। ਕਿਹੜੀ ਸਿੱਖਿਆ? ਕਿ ਜੋ ਪ੍ਰਮਾਤਮਾ ਨਿਡਰ ਹੈ, ਜਿਸ ਪ੍ਰਮਾਤਮਾ ਦਾ ਸਾਰਾ ਜਗਤ ਬਣਾਇਆ ਹੋਇਆ ਹੈ, ਉਸ ਪ੍ਰਮਾਤਮਾ ਨੂੰ ਉਹ ਸੇਵਕ ਸਿਮਰਦੇ ਹਨ ਜਿਨ੍ਹਾਂ ਦੇ ਅੰਦਰ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿੱਚ ਸਿਮਰਨ ਦਾ ਉਤਸ਼ਾਹ ਹੈ। ਇਹ ਬਹੁਤ ਮਹੱਤਵਪੂਰਨ ਗੱਲ ਹੈ ਕਿ ਨਾਮ ਸਿਮਰਨ ਅਸੀਂ ਕਰੀਏ, ਸਾਡੇ ਮਨ ਦੇ ਵਿੱਚ ਨਾਮ ਸਿਮਰਨ ਦਾ ਉਤਸ਼ਾਹ ਹੋਵੇ, ਤਾਂਗ ਹੋਵੇ। ਇਹ ਨਾ ਹੋਵੇ ਕਿ ਸਿਮਰਨ ਤੇ ਕਰਨਾ ਹੀ ਚਾਹੀਦਾ ਸੋ ਮੈਂ ਵੀ ਕਰ ਰਿਹਾ, ਉਤਸ਼ਾਹ ਹੋਣਾ ਚਾਹੀਦਾ। ਤੇ ਇਹ ਸਿੱਖਿਆ ਅਸੀਂ ਗੁਰੂ ਦੀ ਮੱਤ ਤੋਂ ਲੈ ਰਹੇ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖਸ਼ਿਸ਼ ਦੁਆਰਾ ਉਹਨਾਂ ਸੇਵਕਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਕੋਲੂ ਚਰਖਾ ਚੱਕੀ ਚੱਕ, ਥਲ ਵਰੋਲੇ ਬਹੁਤ ਅਨੰਤ। ਲਾਟੂ ਮਧਾਣੀਆਂ ਨਗਾਹ, ਪੰਖੀ ਪਾਉਂਦੀਆਂ ਲੈਣ ਨਾ ਸਾਹ। ਸੂਏ ਝਾੜ ਪਵਾਈਐ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ। ਬੰਧਨ ਬੰਦ ਪਵਾਏ ਸੋਏ, ਪਈਐ ਕਿਰਤ ਨੱਚੈ ਸਭ ਕੋਏ। ਨੱਚ ਨੱਚ ਹੱਸੈ ਚੱਲੈ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ। ਨੱਚਣ ਕੁੱਦਣ ਮਨ ਕਾ ਚਾਓ, ਨੱਚਣ ਕੁੱਦਣ ਮਨ ਕਾ ਚਾਓ। ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ। ਪਹਿਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਨੇ ਰਾਸ ਧਾਰੀਆਂ ਦੇ ਨੱਚਣ ਦੇ ਵਰਤਾਰੇ ਨੂੰ ਸਿਰਜਿਆ, ਸਾਡੇ ਸਾਹਮਣੇ ਰੱਖਿਆ। ਇਸ ਸਾਰੀ ਵਾਰਤਾਲਾਪ ਦਾ ਇੱਕ ਸਿੱਟਾ ਨਿਕਲਦਾ ਹੈ ਕਿ ਨੱਚਣ ਅਤੇ ਫੇਰੀਆਂ ਲੈਣ ਦੇ ਨਾਲ ਜੀਵਨ ਦਾ ਉଦ୍ਧਾਰ ਨਹੀਂ ਹੋ ਸਕਦਾ। ਤੇ ਅਗਲੀਆਂ ਜੋ ਪੰਕਤੀਆਂ ਜੋ ਆਪਾਂ ਹੁਣੇ ਗਾਇਨ ਕੀਤੀਆਂ ਹਨ, ਉਹਨਾਂ ਦੇ ਵਿੱਚ ਗੁਰੂ ਸਾਹਿਬ ਬੇਅੰਤ ਪਦਾਰਥਾਂ ਦੇ ਉਦਾਹਰਣ ਦਿੰਦੇ ਨੇ ਜੋ ਨੱਚ ਰਹੇ ਨੇ ਜਾਂ ਭਾਉਂਦੇ ਰਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਕੋਲੂ ਚਰਖਾ ਚੱਕੀ ਚੱਕ, ਥਲ ਵਾਰੋਲੇ ਬਹੁਤ ਆਨੰਦ। ਲਾਟੂ ਮਧਾਣੀਆਂ ਅਨਗਾਹ, ਪੰਖੀ ਭਾਉਂਦੀਆਂ ਲੈਣ ਨਾ ਸਾ। ਕੋਲੂ ਚਰਖਾ ਚੱਕੀ ਚੱਕ, ਥਲਾਂ ਦੇ ਬੇਅੰਤ ਬਰੋਲੇ। ਲਾਟੂ ਮਧਾਣੀਆਂ ਫਲੇ ਪੰਛੀ ਭਮੀਰੀਆਂ ਇੱਕ ਸਾਹੇ ਉੱਡਦੀਆਂ ਰਹਿੰਦੀਆਂ ਹਨ। ਇਹ ਸਭ ਭਾਉਂਦੇ ਰਹਿੰਦੇ ਹਨ। ਸੂਆ ਚਾੜ ਭਵਾਈਐ ਜੰਤ, ਸੂਲ ਉੱਤੇ ਚੜ੍ਹ ਕੇ ਕਈ ਜੰਤ ਵੀ ਭਵਾਈਦੇ ਹਨ। ਨਾਨਕ ਭਾਉਂਦਿਆਂ ਗਣਤ ਨਾ ਅੰਤ। ਇਹ ਨਾਨਕ, ਭਾਉਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ। ਕਿ ਜੇ ਆਪਾਂ ਗਿਣਨ ਬੈਠੀਏ ਕਿ ਕਿਹੜੇ ਜੀਵ ਭਾਉਂਦੇ ਫਿਰਦੇ ਨੇ, ਘੁੰਮਦੇ ਫਿਰਦੇ ਨੇ, ਤਾਂ ਅਸੀਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦੇ, ਅੰਤ ਨਹੀਂ ਪਾ ਸਕਦੇ। ਬੰਧਨ ਬੰਦ ਭਵਾਏ ਸੋਏ, ਪਈਐ ਕਿਰਤ ਨੱਚੈ ਸਭ ਕੋਈ। ਇਸ ਤਰ੍ਹਾਂ ਉਹ ਪ੍ਰਭੂ ਜੀਵਾਂ ਨੂੰ ਮਾਇਆ ਦੇ ਜੰਜ਼ੀਰਾਂ ਦੇ ਵਿੱਚ ਜਕੜ ਕੇ ਭਵਾਉਂਦਾ ਹੈ। ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ। ਨੱਚ ਨੱਚ ਹੱਸੈ ਚੱਲੈ ਸੇ ਰੋਏ। ਜਿਹੜਾ ਜੀਵ ਨੱਚ ਨੱਚ ਕੇ ਹੱਸਦਾ ਹੈ,
ਅੰਤ ਨੂੰ ਰੋ ਰੋ ਕੇ ਇੱਥੋਂ ਤੁਰਦਾ ਹੈ। ਉੱਡ ਨਾ ਜਾਹੀ ਸਿੱਧ ਨਾ ਹੋਏ। ਉੱਡ ਨਾ ਜਾਹੀ ਤੋਂ ਭਾਵ ਕਿ ਕਿਸੇ ਉੱਚੀ ਆਤਮਕ ਅਵਸਥਾ ਤੇ ਉਹ ਉੱਡ ਕੇ ਨਹੀਂ ਉੱਪੜ ਜਾਂਦੇ, ਜਾਣੀ ਕਿ ਨੱਚਣ ਟੱਪਣ ਦੇ ਨਾਲ ਕਿਸੇ ਉੱਚੀ ਆਤਮਕ ਅਵਸਥਾ ਨੂੰ ਹਾਸਲ ਨਹੀਂ ਕਰ ਸਕਦੇ ਤੇ ਨਾ ਹੀ ਕਿਤੇ ਉਹ ਨੱਚਣ ਟੱਪਣ ਵਾਲੇ ਸਿੱਧ ਬਣ ਜਾਂਦੇ। ਨੱਚਣ ਕੁੱਦਣ ਮਨ ਕਾ ਚਾਓ। ਨੱਚਣਾ ਕੁੱਦਣਾ ਕੇਵਲ ਮਨ ਦਾ ਸ਼ੌਂਕ ਹੈ। ਇਸ ਸ਼ੌਂਕ ਦੀ ਅਸੀਂ ਪੂਰਤੀ ਕਰ ਸਕਦੇ ਹਾਂ। ਪਰ ਜੇ ਕਹੀਏ ਕਿ ਨੱਚਣ ਕੁੱਦਣ ਦੇ ਨਾਲ ਅਸੀਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਵਾਂਗੇ, ਆਤਮਕ ਅਡੋਲਤਾ ਹਾਸਲ ਕਰ ਲਵਾਂਗੇ, ਆਤਮਕ ਸ਼ਾਂਤੀ ਹਾਸਲ ਕਰ ਲਵਾਂਗੇ, ਤੇ ਇਹ ਨਹੀਂ ਹੋ ਸਕਦਾ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਪ੍ਰਭੂ ਦੇ ਪ੍ਰਤੀ ਪ੍ਰੇਮ ਕੇਵਲ ਉਹਨਾਂ ਦੇ ਹੀ ਮਨ ਵਿੱਚ ਹੈ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਡਰ ਹੈ। ਪੌੜੀ। ਨੌ ਤੇਰਾ ਨਿਰੰਕਾਰ ਹੈ, ਨਾਇ ਲਈਐ ਨਰਕ ਨ ਜਾਈਐ। ਜਿਉ ਪਿੰਡ ਸਭ ਤਿਸ ਦਾ ਦੇਖਾ ਜੈ ਆਖ ਗਵਾਈਐ। ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ। ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈਐ। ਕੋ ਰਹਿ ਨਾ ਭਰੀਐ ਪਾਈਐ, ਭਰੀਐ ਪਾਈਐ, ਭਰੀਐ ਪਾਈਐ। हे ਪ੍ਰਭੂ, ਤੇਰਾ ਨਾਮ ਨਿਰੰਕਾਰ ਹੈ ਤੇ ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿੱਚ ਨਹੀਂ ਪਈਦਾ। ਨੌ ਤੇਰਾ ਨਿਰੰਕਾਰ ਹੈ, ਨਾਏ ਲਈਐ ਨਰਕ ਨਾ ਜਾਈਐ। ਜਿਉ ਪਿੰਡ ਸਭ ਤਿਸ ਦਾ ਦੇਖਾਜੈ ਆਖ ਗਵਾਈਐ। ਇਹ ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ। ਉਹ ਜੀਵਾਂ ਨੂੰ ਖਾਣ ਵਾਸਤੇ ਭੋਜਨ ਦਿੰਦਾ ਹੈ। ਕਿਤਨਾ ਕੁ ਦਿੰਦਾ ਹੈ ਇਹ ਅੰਦਾਜ਼ਾ ਲਾਉਣਾ ਵਿਅਰਥ ਯਤਨ ਹੈ। ਅਸੀਂ ਸਿਰਫ ਇਹ ਸਵੀਕਾਰ ਕਰ ਲਈਏ ਕਿ ਉਹ ਪ੍ਰਭੂ ਸਾਨੂੰ ਖਾਣ ਦੇ ਲਈ ਭੋਜਨ ਦਿੰਦਾ ਹੈ। ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ। ਹੇ ਜੀਵ, ਜੇ ਤੂੰ ਆਪਣੀ ਭਲਾਈ ਲੋੜਦਾ ਹੈ ਤਾਂ ਚੰਗਾ ਕੰਮ ਕਰਕੇ ਵੀ ਆਪਣੇ ਆਪ ਨੂੰ ਨੀਵਾਂ ਅਖਵਾ। ਹੰਕਾਰ ਨੂੰ ਆਪਣੇ ਉੱਪਰ ਭਾਰੂ ਨਾ ਹੋਣ ਦੇ। ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈਐ। ਜੇ ਕੋਈ ਜੀਵ ਬੁਢੇਪੇ ਨੂੰ ਪਰੇ ਹਟਾਉਣਾ ਚਾਹੇ ਤਾਂ ਉਹ ਯਤਨ ਫਜ਼ੂਲ ਹੈ। ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ ਹੈ। ਕੋ ਰਹਿ ਨਾ ਭਰੀਐ ਪਾਈਐ। ਜਦੋਂ ਸਵਾਸ ਪੂਰੇ ਹੋ ਜਾਂਦੇ ਹਨ ਤਾਂ ਕੋਈ ਵੀ ਜੀਵ ਇੱਥੇ ਰਹਿ ਨਹੀਂ ਸਕਦਾ। ਸ਼ਲੋਕ ਮਹਿਲਾ ਪਹਿਲਾ। ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੈ ਵਿਚਾਰ। ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕਉ ਦੀਦਾਰ। ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ। ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬਹਿਕਾਰ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਸਤਿਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ। ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਵੱਖ ਵੱਖ ਮਤਾਂ ਨੂੰ ਮੰਨਣ ਵਾਲੇ ਲੋਕ ਕੀ ਕਰਦੇ ਹਨ ਉਹਦੀ ਤਸਵੀਰ ਗੁਰੂ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਬੰਨੀ ਹੈ। ਕਹਿੰਦੇ ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੈ ਵਿਚਾਰ। ਮੁਸਲਮਾਨਾਂ ਨੂੰ ਸ਼ਰ੍ਹਾ ਦੀ ਵਡਿਆਈ ਸਭ ਤੋਂ ਵਧੇਕ ਚੰਗੀ ਲੱਗਦੀ ਹੈ। ਉਹ ਸ਼ਰ੍ਹਾ ਨੂੰ ਪੜ ਪੜ ਕੇ ਇਹ ਵਿਚਾਰ ਕਰਦੇ ਹਨ। ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕਉ ਦੀਦਾਰ। ਕਿ ਰੱਬ ਦਾ ਦੀਦਾਰ ਵੇਖਣ ਲਈ ਜੋ ਮਨੁੱਖ ਸ਼ਰ੍ਹਾ ਦੀ ਬੰਦਸ਼ ਵਿੱਚ ਪੈਂਦੇ ਹਨ ਉਹੀ ਰੱਬ ਦੇ ਬੰਦੇ ਹਨ। ਉਹਨਾਂ ਦਾ ਇਹ ਮਤ ਹੈ। ਅੱਗੇ ਹਿੰਦੂਆਂ ਦੀ ਗੱਲ ਗੁਰੂ ਸਾਹਿਬ ਕਰਦੇ ਨੇ। ਕਹਿੰਦੇ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ। ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬਹਿਕਾਰ। ਹਿੰਦੂ ਸ਼ਾਸਤਰ ਦੁਆਰਾ ਹੀ ਸਲਾਹਣ ਯੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਉਂਦੇ ਹਨ। ਹਰੇਕ ਤੀਰਥ ਤੇ ਨਹਾਉਂਦੇ ਹਨ। ਮੂਰਤੀਆਂ ਅੱਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ। ਅੱਗੇ ਜੋਗੀਆਂ ਦੀ ਗੱਲ ਕਰਦੇ ਨੇ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਨੇ। ਅਲੱਖ ਅਲੱਖ ਉਸ ਦਾ ਨਾਮ ਉਚਾਰਦੇ ਨੇ। ਉਹਨਾਂ ਦੇ ਮਤ ਅਨੁਸਾਰ ਜਿਸ ਦਾ
ਧਿਆਨ ਉਹ ਸਮਾਧੀ ਦੇ ਵਿੱਚ ਧਰਦੇ ਨੇ ਜਿਸ ਪਰਮਾਤਮਾ ਦਾ। ਉਹ ਪਰਮਾਤਮਾ ਸੂਖਮ ਸਰੂਪ ਵਾਲਾ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਤੇ ਇਹ ਸਾਰਾ ਜਗਤ ਰੂਪ ਆਕਾਰ ਉਸੇ ਦੀ ਹੀ ਕਾਇਆ ਦਾ ਹੈ, ਸਰੀਰ ਦਾ ਹੈ। ਯਾਨੀ ਕਿ ਜੋਗੀ ਮਤ ਦੇ ਅਨੁਸਾਰ ਜਗਤ ਦਾ ਜੋ ਆਕਾਰ ਅਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹਾਂ, ਇਹੀ ਉਸ ਪਰਮਾਤਮਾ ਦੇ ਸਰੀਰ ਦਾ ਆਕਾਰ ਹੈ। ਸੋ ਸਾਰਾ ਜਗਤ ਉਸ ਪਰਮਾਤਮਾ ਦੇ ਸਰੀਰ ਦਾ ਆਕਾਰ ਹੈ। ਸਤਿਆਂ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੂਣਾ, ਸੋਭ ਕਰੇ ਸੰਸਾਰ। ਫਿਰ ਦਾਨੀ ਮਨੁੱਖ ਵੀ ਹਨ ਇਸ ਦੁਨੀਆ ਦੇ ਉੱਪਰ। ਉਹਨਾਂ ਦੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਜਦੋਂ ਉਹ ਕਿਸੇ ਲੋੜਵੰਦ ਨੂੰ ਕੁਝ ਦੇਣ ਦੀ ਵਿਚਾਰ ਕਰਦੇ, ਪਰ ਜਿੰਨਾ ਕੁ ਲੋੜਵੰਦਾਂ ਨੂੰ ਉਹ ਦਿੰਦੇ ਨੇ ਉਸ ਤੋਂ ਹਜ਼ਾਰਾਂ ਗੁਣਾ ਵਧੇਕ ਉਸ ਪਰਮਾਤਮਾ ਪਾਸੋਂ ਆਪਣੇ ਲਈ ਮੰਗਦੇ ਨੇ, ਪਰ ਜਗਤ ਦੇ ਵਿੱਚ ਆਪਣੇ ਦਾਨ ਦੀ ਵਡਿਆਈ ਕਰਦੇ। ਅਸਲ ਦੇ ਵਿੱਚ ਉਹ ਦਾਨੀ ਦਾਨ ਇਸ ਕਰਕੇ ਨਹੀਂ ਕਰਦੇ ਕਿ ਉਹਨਾਂ ਨੂੰ ਲੋੜਵੰਦਾਂ ਦੇ ਨਾਲ ਕੋਈ ਬਹੁਤੀ ਹਮਦਰਦੀ ਹੈ। ਇਹ ਨਹੀਂ ਹੈ ਕਿ ਉਹ ਗੁਰੂ ਸਾਹਿਬ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਪ੍ਰਿੰਸੀਪਲ 'ਤੇ ਕੰਮ ਕਰਦੇ ਆ। ਇਸ ਸਿੱਖਿਆ 'ਤੇ ਕੰਮ ਕਰਨੀ, ਉਹ ਵੰਡ ਛਕੋ ਦਾ ਫਲਸਫਾ ਉਹਨਾਂ ਦੇ ਅੰਦਰ ਨਹੀਂ। ਉਹ ਲੋੜਵੰਦਾਂ ਨੂੰ ਦਾਨ ਇਸ ਕਰਕੇ ਕਰਦੇ ਨੇ ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਹੈ ਕਿ ਜੇ ਅਸੀਂ ਦਾਨ ਕਰਾਂਗੇ ਤੇ ਉਦੋਂ ਕਈ ਗੁਣਾ ਜ਼ਿਆਦਾ ਸਾਨੂੰ ਹੋਰ ਮਿਲੇਗਾ। ਲੋੜ ਉਹਨਾਂ ਦੀ ਆਪਣੀ ਹੈ, ਲੋੜਵੰਦਾਂ ਨੂੰ ਦਾਨ ਦੇਣਾ ਇੱਕ ਬਹਾਨਾ ਹੈ, ਪ੍ਰਕਿਰਿਆ ਹੈ। ਚੋਰਾ ਜਾਰਾ ਤੈ ਕੁੜਿਆਰਾ, ਖਾਰਾ ਬਾਵੇ ਕਾਰ, ਇੱਕ ਹੁੰਦਾ ਖਾਏ ਚੱਲਾ ਐਥਾਉ, ਤਿਨਾ ਪੀ ਕਾਈ ਕਾਰ। ਜਲ ਥਲ ਜੀਆਂ ਪੂਰੀਆਂ, ਲੋਆ ਆਕਾਰਾ ਆਕਾਰ, ਓਏ ਜੇ ਆਖੈ ਸੋ ਤੂੰ ਹੈ ਜਾਣੈ, ਤਿਨਾ ਪੀ ਤੇਰੀ ਸਾਰ। ਨਾਨਕ ਭਗਤਾਂ ਭੁੱਖ ਸਲਾਹਨ, ਸਚ ਨਾਮ ਆਧਾਰ, ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਹੁਣ ਤੱਕ ਇਸ ਸ਼ਲੋਕ ਦੇ ਵਿੱਚ ਆਪਾਂ ਮੁਸਲਮਾਨਾਂ ਦੀ ਗੱਲ ਕੀਤੀ, ਹਿੰਦੂਆਂ ਦੀ ਗੱਲ ਕੀਤੀ, ਜੋ ਧਾਰਮਿਕ ਲੋਕ ਨੇ, ਜੋਗੀਆਂ ਦੀ ਗੱਲ ਕੀਤੀ, ਦਾਨੀਆਂ ਦੀ ਗੱਲ ਕੀਤੀ। ਹੁਣ ਗੁਰੂ ਸਾਹਿਬ ਕਹਿੰਦੇ ਚੋਰਾ ਜਾਰਾ ਤੈ ਕੁੜਿਆਰਾ, ਖਾਰਾ ਬਾਵੇ ਕਾਰ, ਇੱਕ ਹੁੰਦਾ ਖਾਏ ਚੱਲੈ ਐਥਾਉ, ਤਿਨਾ ਭੀ ਕਾਈ ਕਾਰ। ਦੂਜੇ ਪਾਸੇ ਜਗਤ ਦੇ ਵਿੱਚ ਬੇਅੰਤ ਚੋਰ ਪਰ ਇਸਤਰੀ ਗਾਮੀ, ਜਿਹੜੇ ਕਿ ਆਪਣੀ ਇਸਤਰੀ ਨੂੰ ਛੱਡ ਕੇ ਜਾਂ ਆਪਣੀ ਇਸਤਰੀ ਤੋਂ ਇਲਾਵਾ ਪਰਾਈਆਂ ਇਸਤਰੀਆਂ 'ਚ ਨਿਗਾਹ ਰੱਖਦੇ ਨੇ, ਝੂਠੇ ਭੈੜੇ ਤੇ ਵਿਕਾਰੀ ਲੋਕ ਵੀ ਹਨ ਜੋ ਵਿਕਾਰ ਕਰ ਕਰਕੇ ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ ਇੱਥੋਂ ਖਾਲੀ ਹੱਥ ਤੁਰ ਪੈਂਦੇ। ਪਰ ਕਰਤਾਰ ਦੇ ਹੀ ਰੰਗ ਹਨ। ਇਹਨਾਂ ਚੋਰ ਜਾਂ ਵਿਕਾਰੀ ਲੋਕਾਂ ਨੂੰ ਇਹੋ ਜਿਹੀ ਕਾਰ ਉਸ ਪ੍ਰਮਾਤਮਾ ਨੇ ਹੀ ਸੌਂਪੀ ਹੈ। ਤਿਨਾ ਭੀ ਕਾਈ ਕਾਰ, ਜਲ ਥਲ ਜੀਆਂ ਪੂਰੀਆਂ, ਲੋਆ ਆਕਾਰਾ ਆਕਾਰ, ਓਏ ਜੇ ਆਖੈ ਸੋ ਤੂੰ ਹੈ ਜਾਣੈ, ਤਿਨਾ ਭੀ ਤੇਰੀ ਸਾਰ। ਜਲ ਵਿੱਚ ਰਹਿਣ ਵਾਲੇ, ਧਰਤੀ ਉੱਤੇ ਵਸਣ ਵਾਲੇ ਬੇਅੰਤ ਪੁਰੀਆਂ ਲੋਕਾਂ ਤੇ ਬ੍ਰਹਿਮੰਡਾਂ ਦੇ ਜੀਵ ਸਾਰੇ ਜੋ ਕੁਝ ਵੀ ਆਖਦੇ ਨੇ, ਹੇ ਕਰਤਾਰ ਤੂੰ ਸਾਰਾ ਕੁਝ ਜਾਣਦਾ ਹੈ ਤੇ ਉਹਨਾਂ ਸਾਰੇ ਹੀ ਜੀਵਾਂ ਨੂੰ ਤੇਰਾ ਆਸਰਾ ਹੈ। ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ, ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਹੇ ਨਾਨਕ, ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫਤ ਸਲਾਹ ਕਰਨ ਦੀ ਤਾਂਘ ਲੱਗੀ ਹੋਈ ਹੈ। ਹਰੀ ਦਾ ਸਦਾ ਅਟਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ। ਉਹ ਸਦਾ ਹੀ ਦਿਨ ਰਾਤ ਆਨੰਦ ਵਿੱਚ ਰਹਿੰਦੇ ਹਨ ਤੇ ਆਪ ਨੂੰ ਗੁਣਵਾਨਾਂ ਦੇ ਪੈਰਾਂ ਦੀ ਖਾਕ ਸਮਝਦੇ ਹਨ। ਪੂਰੇ ਸ਼ਲੋਕ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਵੀ ਗੱਲ ਗੁਰੂ ਸਾਹਿਬ ਨੇ ਕੀਤੀ, ਇੱਕ ਚੀਜ਼ ਉਹਨਾਂ ਦੇ ਵਿੱਚ ਸਾਂਝੀ ਹੈ ਕਿ ਉਹ ਆਪਣੇ ਆਪ ਨੂੰ ਉੱਤਮ ਜ਼ਰੂਰ ਮੰਨਦੇ ਨੇ। ਭਾਵੇਂ ਕੋਈ ਜੋਗੀ ਹੈ, ਕੋਈ ਦਾਨੀ ਹੈ, ਕੋਈ ਧਾਰਮਿਕ ਮੁਸਲਮਾਨ ਜਾਂ ਧਾਰਮਿਕ ਹਿੰਦੂ ਹੈ, ਬੇਸ਼ੱਕ ਕੋਈ ਚੋਰ ਵੀ ਹੈ, ਉਹ ਵੀ ਆਪਣੇ ਆਪ ਨੂੰ ਉੱਤਮ ਮੰਨਦਾ ਹੈ, ਐਕਸਪਰਟ ਮੰਨਦਾ ਹੈ। ਪਰ ਇਸਤਰੀ ਗਾਮੀ ਵੀ ਕਿਤੇ ਨਾ ਕਿਤੇ ਆਪਣੇ ਆਪ 'ਤੇ ਮਾਣ ਕਰਦਾ ਹੈ। ਪਰ ਸਿਰਫ ਭਗਤ ਜਨ ਹਨ ਜੋ ਆਪਣੇ ਆਪ ਨੂੰ ਗੁਣਵਾਨਾਂ ਦੇ ਪੈਰਾਂ ਦੀ ਖਾਕ ਸਮਝਦੇ ਹਨ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 465ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਦੋ ਕੁ ਮਹੱਤਵਪੂਰਨ ਸਿੱਖਿਆਵਾਂ ਆਪਾਂ ਅੱਜ ਦੀ ਗੁਰਬਾਣੀ ਦੇ ਵਿੱਚੋਂ ਸਿੱਖੀਆਂ। ਇੱਕ ਤੇ ਇਹ ਕਿ ਹਰ ਕੋਈ ਭੌਂਦਾ ਫਿਰਦਾ ਹੈ, ਹਰ ਕੋਈ ਨੱਚਦਾ ਫਿਰਦਾ ਹੈ। ਜਿਹੜਾ ਨੱਚਣ ਕੁੱਦਣ ਹੈ ਉਹ ਮਨ ਦਾ ਸ਼ੌਂਕ ਹੈ। ਉਹ ਨੱਚਣ ਕੁੱਦਣ ਸਾਨੂੰ ਆਤਮਿਕ ਅਵਸਥਾ, ਉੱਚੀ ਆਤਮਿਕ ਅਵਸਥਾ ਵੱਲ ਨੂੰ ਨਹੀਂ ਲੈ ਕੇ ਜਾਂਦਾ।
ਤੇ ਦੂਸਰੀ ਮਹੱਤਵਪੂਰਨ ਸਿੱਖਿਆ ਜੋ ਅਸੀਂ ਆਖਰੀ ਵਾਲੇ ਸ਼ਲੋਕ ਦੇ ਵਿੱਚ ਸਿੱਖੀ ਕਿ ਜੋ ਭਗਤ ਜਨ ਹਨ ਉਹ ਆਪਣੇ ਆਪ ਨੂੰ ਗੁਣਵਾਨਾਂ ਦੇ ਪੈਰਾਂ ਦੀ ਖਾਕ ਸਮਝਦੇ ਨੇ। ਉਹਨਾਂ ਦਾ ਧਿਆਨ ਸਿਰਫ ਤੇ ਸਿਰਫ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਵਿੱਚ ਹੈ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਵਿੱਚ ਹੈ। ਤੇ ਦੂਜੇ ਪਾਸੇ ਧਾਰਮਿਕ ਤੇ ਦਾਨੀ ਅਖਵਾਉਣ ਵਾਲੇ ਲੋਕ ਆਪਣੇ ਆਪ ਤੇ ਮਾਣ ਕਰਦੇ ਨੇ, ਅਹੰਕਾਰ ਉਹਨਾਂ ਦੇ ਵਿੱਚ ਭਰਿਆ ਹੁੰਦਾ ਹੈ, ਹਉਮੈ ਉਹਨਾਂ ਦੇ ਅੰਦਰ ਪ੍ਰਬਲ ਹੁੰਦੀ ਹੈ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਉਹ ਮਨੁੱਖ ਨਾ ਬਣੀਏ ਜਿਹਦੇ ਅੰਦਰ ਹਉਮੈ ਭਰੀ ਹੋਈ। ਉਸ ਪ੍ਰਮਾਤਮਾ ਦੇ ਭਗਤ ਬਣਨ ਦੀ ਤਾਂਘ ਸਾਡੇ ਦਿਲ ਵਿੱਚ ਹੋ, ਨਾਮ ਸਿਮਰਨ ਦਾ ਉਤਸ਼ਾਹ ਸਾਡੇ ਮਨ ਵਿੱਚ ਹੋ, ਉਸ ਰਸਤੇ ਤੇ ਅਸੀਂ ਤੁਰੀਏ। ਉਹ ਪ੍ਰਮਾਤਮਾ ਸਾਨੂੰ ਬਲ ਬਖਸ਼ੇ, ਕਿਉਂਕਿ ਅਖੀਰੀ ਗੱਲ ਇੱਕ ਗੁਰੂ ਸਾਹਿਬ ਨੇ ਦਿੱਤੀ ਕਿ ਚਲੋ ਆਪਣੇ ਆਪ ਨੂੰ ਚੰਗੇ ਅਖਵਾਉਣ ਵਾਲੇ ਦਾਨੀ ਪੁਰਸ਼ ਤੇ ਧਾਰਮਿਕ ਲੋਕ ਤਾਂ ਹੈਗੇ ਹੀ ਆ, ਪਰ ਨਾਲ ਦੀ ਨਾਲ ਜਿਹੜੇ ਚੋਰ ਤੇ ਵਿਕਾਰੀ ਲੋਕ ਆ ਉਹ ਵੀ ਹੈ। ਉਹਨਾਂ ਨੂੰ ਉਹ ਵਾਲੀ ਕਿਰਤ ਵੀ ਗੁਰੂ ਨੇ ਪ੍ਰਮਾਤਮਾ ਨੇ ਸੌਂਪੀ ਹੋਈ। ਸੋ ਇਹ ਨਹੀਂ ਅਸੀਂ ਕਹਿ ਸਕਦੇ ਕਿ ਜੋ ਧਾਰਮਿਕ ਨੇ ਉਹਨਾਂ ਤੇ ਪ੍ਰਭੂ ਦੀ ਮਿਹਰ ਹੈ, ਉਹਨਾਂ ਨੂੰ ਤੇ ਧਾਰਮਿਕ ਉਸ ਪ੍ਰਮਾਤਮਾ ਨੇ ਬਣਾਇਆ, ਤੇ ਜੋ ਚੋਰ ਵਿਕਾਰੀ ਨੇ ਉਹ ਆਪਣੇ ਆਪ ਹੀ ਚੋਰ ਵਿਕਾਰੀ ਬਣ ਗਏ। ਇਹ ਉਸ ਪ੍ਰਮਾਤਮਾ ਦੇ ਕਰਤਾਰ ਦੇ ਰੰਗ ਨੇ, ਇਹ ਤਮਾਸ਼ਾ ਉਹਨੇ ਰਚਿਆ ਹੋਇਆ ਹੈ। ਕਿਸੇ ਨੂੰ ਕਿਸੇ ਤਰ੍ਹਾਂ ਦੀ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕਾਰ ਉਸ ਪ੍ਰਮਾਤਮਾ ਨੇ ਸੌਂਪੀ ਹੋਈ, ਇਹ ਵੀ ਅਸੀਂ ਚੇਤੇ ਵਿੱਚ ਰੱਖੀਏ। ਸੋ ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।